ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਵਿਸ਼ੇਸ਼ ਪ੍ਰੋਗਰਾਮ ਅਗਵਾਈ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਕਿਸਾਨ ਅੰਦੋਲਨ ਬਾਰੇ, ਪੰਜਾਬ ਦੇ ਆਰਥਿਕ ਸੰਕਟ ਬਾਰੇ, ਪੰਜਾਬ ਦੀ ਖੁਸ਼ਹਾਲੀ ਬਾਰੇ ਔਰ ਪੰਜਾਬ ਦਾ ਭਵਿੱਖ ਕਿਵੇਂ ਰੋਸ਼ਨ ਹੋਵੇ ਉਹਦੇ ਬਾਰੇ ਗੱਲਾਂ ਕਰ ਰਹੇ ਹਾਂ ਆਪ ਸਭ ਨਾਲ ਸਾਂਝੀਆਂ। ਔਰ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਜੋ ਕੁਝ ਚੱਲ ਰਿਹਾ, ਜੋ ਨਵੇਂ ਕਾਨੂੰਨ ਬਣੇ ਆ ਔਰ ਪੰਜਾਬ ਦੀ ਪੂਰੀ ਖੁਸ਼ਹਾਲੀ ਦੀ ਗੱਲ, ਪੰਜਾਬ ਦੇ ਰੋਸ਼ਨ ਭਵਿੱਖ ਦੀ ਗੱਲ ਸਾਰੀ ਦੀ ਸਾਰੀ ਆਪਾਂ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਆਪ ਸਭ ਨਾਲ ਸਾਂਝੀ ਕਰਾਂਗੇ। ਇਹ ਸਾਰੀਆਂ ਗੱਲਾਂ ਕਰਨ ਦੇ ਲਈ ਇੱਕ ਤਰ੍ਹਾਂ ਦੀ ਜੋ ਚੱਲ ਰਿਹਾ ਹੈ, ਜੋ ਆਲੇ ਦੁਆਲੇ ਬੀਤ ਰਿਹਾ ਹੈ, ਜੋ ਸਾਡੇ ਵਿਰਸੇ ਵਿੱਚ ਹੈ, ਜੋ ਸਾਨੂੰ ਗੁਰੂ ਸਾਹਿਬਾਨ ਨੇ ਸਿਖਾਇਆ, ਜੋ ਅਸੀਂ ਆਪ ਚਲਦਿਆਂ ਦੁਨੀਆ ਨਾਲ ਵਿਚਰਦਿਆਂ ਹੋਇਆ, ਸੰਸਾਰ ਭਰ ਦੇ ਉੱਤੇ ਵਿਚਰਦਿਆਂ ਹੋਇਆ ਜੋ ਸਿੱਖਿਆ, ਉਹਦੇ ਵਿੱਚ ਇੱਕ ਤਰ੍ਹਾਂ ਦੀ ਅਗਵਾਈ ਲੈਣ ਦੀ ਹੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਇਹ ਅਗਵਾਈ ਲੈਣ ਦੇ ਲਈ ਉਚੇਚੇ ਤੌਰ ਦੇ ਉੱਤੇ ਸੰਗਤ ਟੈਲੀਵਿਜ਼ਨ ਨੇ ਸੱਦਿਆ ਹੈ। ਬੜੇ ਨਾਮਵਰ ਵਿਦਵਾਨ ਨੇ, ਪੰਜਾਬ ਦੇ ਵਿੱਚ ਕਿਸਾਨੀ ਨਾਲ ਜੁੜੇ ਹੋਏ, ਇੱਥੇ ਐਜੂਕੇਸ਼ਨ ਦੇ ਤੌਰ 'ਤੇ ਉਹਨਾਂ ਦੀ ਵੱਡੀਆਂ ਪ੍ਰਾਪਤੀਆਂ ਰਹੀਆਂ। ਮੇਰੀ ਮੁਰਾਦ ਹੈ ਡਾਕਟਰ ਪ੍ਰਿੰਸੀਪਲ ਸੁਜਿੰਦਰ ਸਿੰਘ ਸੰਘਾ ਜੀ, OBE, ਉਹਨਾਂ ਦੀਆਂ ਪ੍ਰਾਪਤੀਆਂ ਕਰਕੇ OBE ਦਾ ਅਵਾਰਡ ਜਿਹੜਾ ਆ ਉਹਨਾਂ ਨੂੰ ਬਰਤਾਨਵੀ ਮਲਕਾ ਵੱਲੋਂ ਦਿੱਤਾ ਗਿਆ। ਉਹਨਾਂ ਦੀ ਆਮਦ ਨੂੰ ਜੀ ਆਖਦੇ ਹਾਂ, ਫਤਿਹ ਸਾਂਝੀ ਕਰਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਐਪੀਸੋਡ 'ਚ ਆਪਾਂ ਜਦੋਂ ਪੰਜਾਬ ਦੇ ਸੰਕਟਾਂ ਦੀ ਗੱਲ ਕਰ ਰਿਹਾ ਸੀ, ਤੁਸੀਂ ਏਕਤਾ ਤੇ ਇਕਸੁਰਤਾ ਦੀ ਗੱਲ ਕੀਤੀ ਸੀ, ਉਹਦੇ ਵਿੱਚ ਆਪਾਂ ਖੇਤੀ ਅਲਟਰਨੇਟਿਵ ਖੇਤੀ ਦੀ ਤੁਸੀਂ ਗੱਲ ਕੀਤੀ ਜਿੱਥੇ ਗੱਲ ਛੱਡੀ ਸੀਗੀ। ਔਰ ਮੈਂ ਜਿੰਨਾ ਕੁ ਕਿਉਂਕਿ ਖੇਤੀ ਨਾਲ ਔਰ ਛੋਟੇ ਪੱਧਰ ਦੀ ਬੇਸ਼ੱਕ ਖੇਤੀ ਸੀਗੀ, ਯਾਨੀ ਕਿ ਥੋੜ੍ਹੀ ਜ਼ਮੀਨ ਵਾਲੀ ਖੇਤੀ ਜਿੰਨੇ ਕੋ 10-15-20 ਖੇਤਾਂ 'ਚ ਹੁੰਦੀ, ਉਸ ਪੱਧਰ ਦੀ ਖੇਤੀ ਆਪ ਕਰਕੇ ਦੇਖਿਓ, ਚ ਲੰਘ ਕੇ ਦੇਖਿਆ। ਅਸੀਂ ਜਲੰਧਰ ਸ਼ਹਿਰ ਦੇ ਨੇੜੇ ਹੋ ਕੇ ਅਸੀਂ ਸਬਜ਼ੀਆਂ ਬੀਜਦੇ ਹੁੰਦੇ ਸੀਗੇ, ਉਹ ਇੱਕ ਤਰ੍ਹਾਂ ਦੀ ਅਲਟਰਨੇਟਿਵ ਖੇਤੀ ਵਾਲੀ ਗੱਲ ਸੀਗੀ। ਬਿਲਕੁਲ ਹੈ। ਅੱਛਾ, ਸਬਜ਼ੀਆਂ ਵੀ ਬੀਜਦੇ ਹੁੰਦੇ ਸੀ, ਨਾਲ ਨਾਲ ਕੁਕੜੀਆਂ ਵਗੈਰਾ ਵੀ ਰੱਖਣੀਆਂ ਤੇ ਮੱਝਾਂ ਵੀ, ਮੱਝਾਂ ਤੇ ਗਾਵਾਂ ਦੋਨੇ ਹੀ। ਉਹ ਜਿਹੜੀਆਂ ਸਾਰੀ ਕੁਛ ਸੀਗੀ, ਮੈਂ ਸੋਚਦਾ ਪਿੰਡ 'ਚ ਰਹਿੰਦਾ ਸਾਡੇ ਕੋਲ ਉਦੋਂ ਪੂਰੀ ਖੁਸ਼ਹਾਲੀ ਸੀ। ਜਦੋਂ ਅਜੇ ਗ੍ਰੀਨ, ਮੈਂ ਬਹੁਤ ਛੋਟਾ ਹੁੰਦਾ ਸੀ ਜਦੋਂ ਅਜੇ ਗ੍ਰੀਨ ਰੈਵੋਲੂਸ਼ਨ ਵੀ ਨਹੀਂ ਸੀ ਆਇਆ, ਇਹ ਸਾਰਾ ਕੁਛ ਹੀ। ਉਦੋਂ ਬਾਅਦ ਇੱਕ ਤਰ੍ਹਾਂ ਦੀ ਖੇਤੀ ਹੋਣ ਲੱਗ ਪਈ, ਆਲੂ, ਝੋਨਾ ਤੇ ਕਣਕ, ਤਿੰਨ ਚੀਜ਼ਾਂ ਰਹਿ ਗਈਆਂ। ਉਹ ਜਿਹੜੀ ਸਬਜ਼ੀਆਂ ਵਾਲੀ ਖੇਤੀ ਸੀ ਉਹ ਘਟ ਗਈ ਆਪਣੇ ਆਪ ਹੀ, ਕਿਉਂਕਿ ਉਹਦੇ 'ਚ ਮਿਹਨਤ ਜ਼ਿਆਦਾ ਸੀਗੀ। ਪੈਸਾ ਰੋਜ਼ ਦਾ ਰੋਜ਼ ਆਉਂਦਾ ਸੀ ਮੰਡੀ ਜਾ ਕੇ, ਵੈਸੇ ਕੈਸ਼, ਪਰ ਰੋਜ਼ ਆਉਣਾ ਪੈਸਾ ਵੀ ਘਟ ਗਿਆ। ਸੋ ਮੈਂ ਮਹਿਸੂਸ ਕਰਦਾ ਜਦੋਂ ਜਿਹੜੀ ਖੇਤੀ ਮੈਂ ਬਚਪਨ ਦੇ ਵਿੱਚ ਦੇਖੀ ਤੇ ਕੀਤੀ, ਬਾਅਦ 'ਚ ਅਸੀਂ ਸ਼ਹਿਰ 'ਚ ਆ ਗਿਆ, ਜ਼ਮੀਨ ਠੇਕੇ ਚਲ ਗਈ, ਲੰਬੀ ਖੇਤੀ ਦੂਜੀ ਹੋਣ ਲੱਗ ਪਈ। ਵੀ ਕੱਲੀ ਖੇਤੀ ਜਿਹੜੀ ਹੁੰਦੀ ਆ ਉਹ ਕੱਲੀ ਫਸਲਾਂ ਹੀ ਖੇਤੀ ਨਹੀਂ ਹੁੰਦੀ। ਜਿਹੜੀ ਖੇਤੀ ਹੁੰਦੀ ਆ, ਫਸਲਾਂ ਤਾਂ ਉਹਦੀ ਮੇਨ ਚੀਜ਼ ਹੁੰਦੀ ਆ, ਪਰ ਫਸਲਾਂ ਦੇ ਨਾਲ ਨਾਲ ਤੁਹਾਡੇ ਕੋਲ ਜ਼ਮੀਨ ਆ, ਜ਼ਮੀਨ ਦੇ ਵਿੱਚ ਤੁਹਾਡੇ ਕੋਲ ਰੁੱਖ ਧਨ ਹੋਣਾ ਚਾਹੀਦਾ, ਦ੍ਰਿਸ਼। ਉਹ ਤੁਸੀਂ ਵੱਟਾਂ ਤੇ ਲਾ ਕੇ ਫਲਦਾਰ ਬੂਟੇ, ਫੁੱਲਦਾਰ ਬੂਟੇ ਤੇ ਉਹ ਸਾਰੇ ਲਾ ਕੇ, ਲੱਕੜ ਵਾਲੇ ਬੂਟੇ, ਉਹ ਸਾਰੇ ਜਿਹੜਾ ਇੱਕ ਰੁੱਖ ਧਨ ਖੇਤੀ ਦੇ ਨਾਲ ਜੁੜਿਆ ਹੋਇਆ ਆ। ਅਸੀਂ ਖੇਤਾਂ ਦੇ ਵਿੱਚੋਂ ਸਿੱਧੇ ਖੇਤ ਬਣਾਉਣ ਲਈ ਰੁੱਖ ਧਨ ਜਿਹੜਾ ਉਡਾਤਾ। ਉਹਦੇ ਨਾਲ ਸਾਡਾ ਪੰਜਾਬ ਦੇ ਮਾਹੌਲ ਜਿਹੜਾ ਪੂਰੇ ਦਾ ਪ੍ਰਦੂਸ਼ਣ ਦੇ ਵਿੱਚ ਵੀ ਫਰਕ ਪਿਆ। ਆਬੋ ਹਵਾ ਜਿਹੜੀ ਪੰਜਾਬ ਦੀ ਉਹਦੇ ਨਾਲ ਖਰਾਬ ਹੋਈ, ਇਹ ਰੁੱਖ ਧਨ ਜਿਹੜਾ ਸੀ। ਦੂਜਾ ਸਾਡੇ ਨਾਲ ਉਹ ਜਿਹੜੀ ਪਹਿਲੀ ਖੇਤੀ ਸੀ ਉਹਦੇ ਪਸ਼ੂ ਧਨ ਹੁੰਦਾ ਸੀਗਾ। ਖੇਤੀ ਕੀਤੀ ਪਸ਼ੂਆਂ ਨਾਲ ਜਾਂਦੀ ਸੀ ਆਮ ਤੌਰ 'ਤੇ, ਚਲੋ ਟਰੈਕਟਰ ਆ ਗਿਆ, ਪਰ ਫਿਰ ਵੀ ਮੱਝਾਂ ਗਾਵਾਂ ਰੱਖੀਆਂ ਜਾਂਦੀਆਂ ਹੁੰਦੀਆਂ ਸੀਗੀਆਂ। ਇਹ ਪਸ਼ੂ ਧਨ ਜਾਣੀ ਤੀਜੀ ਗੱਲ ਹੁੰਦੀ, ਇੱਕ ਫਸਲਾਂ, ਦੂਜਾ ਰੁੱਖ ਧਨ। ਰੁੱਖਾਂ ਨੂੰ ਜੇ ਵੇਚਣਾ ਵੀ ਆ ਤੇ ਪਰ ਉਹ ਥਾਂ 'ਤੇ ਰੁੱਖ ਹੋਰ ਵੀ ਲਾਉਣੇ ਆ, ਉਹਦੇ 'ਚ ਫਰੂਟ ਵੀ ਆ ਜਾਂਦਾ ਸੀ ਨਾਲ ਨਾਲ, ਤੇ ਰੁੱਖ ਧਨ ਵੀ ਆਉਂਦਾ ਹੁੰਦਾ ਸਾਰਾ ਕੁਝ। ਪਸ਼ੂ ਧਨ, ਰੁੱਖ ਧਨ ਤੇ ਫਸਲਾਂ, ਤਿੰਨ ਚੀਜ਼ਾਂ। ਤੇ ਚੌਥਾ ਹੁੰਦਾ ਸੀ ਪੰਛੀ ਧਨ। ਅਸੀਂ ਕੁਝ ਪੰਛੀ ਵੀ ਪਾਲਦੇ ਹੁੰਦੇ ਸੀ, ਜਿਨ੍ਹਾਂ 'ਚ ਆਪਾਂ ਕੁਕੜੀਆਂ ਨੂੰ ਵੀ ਪੰਛੀ ਦੇ ਵਿੱਚ ਗਿਣ ਲੈਂਦੇ ਹਾਂ। ਪੋਲਟਰੀ, ਪਹਿਲਾਂ ਡੇਅਰੀ ਆ ਗਿਆ, ਦੂਜਾ ਪੋਲਟਰੀ ਵੀ ਆ ਗਿਆ, ਉਹਦੇ 'ਚ ਪੰਛੀ ਧਨ ਜਿਹੜਾ ਹੋ ਗਿਆ ਸਾਡਾ, ਉਹ ਵੀ ਜਿਹੜਾ ਹੈ ਵੱਖ-ਵੱਖ। ਇੱਕ ਇਹ ਗੱਲ ਹੋ ਗਈ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀ, ਯਾਨੀ ਕਿ ਚਾਰ ਚੀਜ਼ਾਂ ਜੇ ਘੱਟੋ ਘੱਟ ਨਹੀਂ ਹੈਗੀਆਂ ਤੇ ਤੁਸੀਂ ਖੇਤੀ 'ਚ ਕਾਮਯਾਬ ਹੋਏ ਨਹੀਂ ਸੀ ਗਿਣੇ ਜਾਂਦੇ। ਜਿਹੜੇ ਸਾਡੇ ਬਜ਼ੁਰਗ ਖੇਤੀ ਕਰਦੇ ਸੀ ਕੁਦਰਤ ਦੇ ਨੇੜੇ ਰਹਿ ਕੇ, ਨੇਚਰ ਦੇ ਨੇੜੇ ਰਹਿ ਕੇ। ਔਰ ਉਹਦੇ ਵਿੱਚ ਪਸ਼ੂ ਜਦੋਂ ਰੱਖਦੇ ਸੀ, ਉਹਨਾਂ ਦਾ ਗੋਹਾ ਜਿਹੜਾ ਸੀ ਖੇਤਾਂ 'ਚ ਪੈਂਦਾ ਸੀ ਸਾਰਾ। ਤੁਹਾਨੂੰ ਜਿਹੜੀ ਬਾਹਰਲੇ ਕੈਮੀਕਲ ਘੱਟ ਪਾਉਣੇ ਪੈਂਦੇ ਹੁੰਦੇ ਸੀਗੇ। ਆਰਗੈਨਿਕ ਖੇਤੀ ਵਰਗੀ ਗੱਲ ਹੁੰਦੀ ਸੀ, ਉਮਰਾਂ ਲੰਮੀਆਂ ਹੁੰਦੀਆਂ ਸੀ, ਸਿਹਤਯਾਬੀ ਹੁੰਦੀ ਸੀ। ਜਿਹੜੀ ਗ੍ਰੀਨ ਰੈਵੋਲੂਸ਼ਨ ਆਇਆ ਉਹਨੇ ਸਾਡਾ ਸਾਰਾ ਕੁਛ ਉਡਾਤਾ ਵਿੱਚੋਂ। ਪੈਸੇ ਜ਼ਰੂਰ ਇਕੱਠੇ ਹੋ ਕੇ, ਝਾੜ ਵੱਧ ਗਿਆ ਫਸਲਾਂ ਦਾ, ਪੈਸੇ ਤਕਰੀਬਨ ਇੱਕਦਮ ਇਕੱਠੇ ਹੋਣੇ, ਪਰ ਜਿਹੜੀ ਰੋਜ਼ ਦੀ ਇਨਕਮ ਸੀਗੀ ਉਹ ਉਹਦੇ ਵਿੱਚੋਂ ਖਤਮ ਹੋ ਗਈ। ਤੇ ਪੰਜਾਬ ਬੇਸ਼ੱਕ ਸਰਕਾਰਾਂ ਵੱਲੋਂ ਪੈਸੇ ਉਹ MSC ਕਰਕੇ ਜਾਂ FCA ਕਰਕੇ ਜਾਂ ਮੰਡੀਆਂ ਕਰਕੇ ਪੈਸੇ ਇੱਦਾਂ ਲੱਗਦੇ ਜ਼ਿਆਦਾ ਆ ਰਿਹਾ ਸਰਕਾਰਾਂ ਵੱਲੋਂ, ਪਰ ਜਿਹੜੀ ਕਿਸਾਨ ਦੀ ਖੁਸ਼ਹਾਲੀ ਸੀਗੀ, ਉਹਦੀ ਜਿਹੜੀ ਖੁਸ਼ੀ ਸੀਗੀ ਉਹ ਘਟ ਗਈ। ਆਤਮ ਨਿਰਭਰਤਾ ਘਟ ਗਈ। ਤੇ ਉਦੋਂ ਪੰਜਾਬ ਜਿਹੜਾ ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ।
ਇੱਕ ਤਾਂ ਖੇਤੀ ਆਪਾਂ ਅਲਟਰਨੇਟਿਵ ਢੰਗ ਨਾਲ ਕਰਦੇ ਸੀ, ਆਰਗੈਨਿਕ ਖੇਤੀ ਕਰਦੇ ਸੀ, ਉਸ ਕਰਕੇ ਕੁਝ ਅੱਛਾ ਕਹਿੰਦੇ ਹੁੰਦੇ ਸੀ ਕਿ ਖੇਤ ਦੇ ਵਿੱਚ ਨਾ ਬੰਦਾ ਵੱਢ ਕੇ ਦੱਬ ਦਿਓ ਤੇ ਉੱਗ ਪੈਂਦਾ, ਇਦਾਂ ਜਿਹੜੀ ਪੰਜਾਬ ਦੀ ਜ਼ਮੀਨ ਇਦਾਂ ਦੀ ਆ। ਤੇ ਨਾਲ ਕੁਝ ਸਾਡੇ ਚੋਂ ਬਹੁਤ ਬੰਦੇ ਫੌਜ 'ਚ ਹੁੰਦੇ ਸੀਗੇ, ਬਾਹਰ ਪੰਜਾਬ ਦੇ ਬਹੁਤ ਲੋਕੀ ਜ਼ਿਆਦਾ ਸੀਗੇ, ਉਹ ਪੈਸਾ ਪੰਜਾਬ 'ਚ ਤਨਖਾਹਾਂ ਉਹਨਾਂ ਦੀ ਆਉਂਦੀਆਂ, ਪੰਜਾਬ ਖੁਸ਼ਹਾਲ ਸੂਬਾ ਗਿਣਿਆ ਜਾਂਦਾ ਸੀਗਾ। ਪਰ ਗ੍ਰੀਨ ਰੈਵੋਲੂਸ਼ਨ ਆਇਆ, ਫਸਲਾਂ ਜ਼ਿਆਦੀਆਂ ਹੋਈਆਂ, ਝਾੜ ਵੱਧ ਗਿਆ, ਖਰਚੇ ਵੱਧ ਗਏ, ਨਾਲ ਪੰਜਾਬ ਦੀ ਖੁਸ਼ਹਾਲੀ ਜਿਹੜੀ ਨਿਘਾਰ ਵੱਲ ਜਾਣੀ ਸ਼ੁਰੂ ਹੋ ਗਈ, ਖੁਸ਼ੀਆਂ ਪੰਜਾਬ ਦੀਆਂ ਨਿਘਾਰ ਵੱਲ ਜਾਣੇ ਸ਼ੁਰੂ ਹੋਈਆਂ। ਬੇਸ਼ੱਕ ਫਸਲਾਂ ਦੇ ਝਾੜ ਵਧੇ ਪਰ ਪੰਜਾਬ ਆਰਥਿਕ ਸੰਕਟ 'ਚ ਫਸ ਗਿਆ, ਕਿਸਾਨਾਂ ਨੇ ਖੁਦਕਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਜਿਹੜੇ ਸਾਰੇ ਆਰਥਿਕ ਸੰਕਟ ਆਏ ਨਵੇਂ ਤਰ੍ਹਾਂ ਦੇ, ਇਹ ਸੰਕਟ ਕੀ ਆ, ਇਹਨਾਂ ਦੇ ਕਾਰਨ ਕੀ ਆ, ਸਾਰਾ ਕੁਛ ਆ। ਮੈਂ ਆਪਣੀ ਗੱਲ ਨਾਲ ਇਹ ਭੂਮਿਕਾ ਜੀ ਬਣਨ ਦੀ ਕੋਸ਼ਿਸ਼ ਕੀਤੀ, ਪਰ ਸਾਰਾ ਕੁਝ ਦੱਸਣਾ ਤੁਹਾਡੇ ਸਵਾਲ ਦੇ ਵਿੱਚ 20-25 ਸਵਾਲ ਹੈਗੇ ਆ। ਬਿਲਕੁਲ, ਪਰ ਤੁਹਾਡੇ ਪਰ ਇਹਨਾਂ 20-25 ਦੇ ਵਿੱਚੋਂ 20-25 ਮਿੰਟ ਜਿਹੜੇ ਵੱਡੇ ਮਤਲਬ ਪਹਿਲੂ ਆ ਉਹ ਆਪਾਂ ਚੁਣ ਲੈਣੇ ਹੈਗੇ ਆ। ਹਾਂਜੀ, ਗ੍ਰੀਨ ਰੈਵੋਲੂਸ਼ਨ ਤੋਂ ਬਾਅਦ 2-3 ਜ਼ਰੂਰੀ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਵੱਲ ਧਿਆਨ ਦੇ ਲੈਂਦੇ ਆ। ਇੱਕ ਤਾਂ ਪੰਜਾਬ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਦੀ ਆਮਦਨ ਦੇ ਬਰਾਬਰ ਇੰਡਸਟਰੀਅਲ ਇਨਵੈਸਟਮੈਂਟ ਤੇ ਸਰਵਿਸ ਦੇ ਵਿੱਚ ਇਨਵੈਸਟਮੈਂਟ ਨਹੀਂ ਆਈ ਜੀ। ਤੇ ਦੂਜਾ ਇਹਦਾ ਪਹਿਲੂ ਇਹ ਹੈਗਾ ਕਿ ਇਹ ਸੱਚ ਹੈਗਾ ਕਿ ਪ੍ਰਵਾਸੀ ਪੰਜਾਬੀ ਜਿਸ ਲੈਵਲ ਤੇ 60ਵੇਂ ਦੇ ਵਿੱਚ, 70ਵੇਂ ਦੇ ਵਿੱਚ, 80ਵੇਂ ਦੇ ਆਰੰਭ ਤੱਕ ਇਨਵੈਸਟਮੈਂਟ ਪੰਜਾਬ ਦੇ ਵਿੱਚ ਕਰ ਸੀ, ਉਹ ਕਰਨੇ ਬੰਦ ਕਰਤੀ ਉਹਨਾਂ ਨੇ ਜੀ। ਹੁਣ ਸਿਰਫ ਆਵਾਜਾਈ ਹੈਗੀ ਹੈ, ਜਿੰਨੇ ਖਰਚ ਦੀ ਲੋੜ ਆ ਉਨਾ ਹੀ ਕਰਦੇ ਹੈਗਾ ਜੀ। ਤੇ ਤੀਜਾ ਹੈਗਾ ਕਿ ਯੂਨੀਅਨ ਗਵਰਨਮੈਂਟ ਨੇ ਜਿਹੜੀਆਂ ਗੁਆਂਢੀ ਸਟੇਟਾਂ ਹੈਗੀਆਂ ਉਹਨਾਂ ਨੂੰ ਬੜੇ ਇਨਸੈਂਟਿਵ ਦਿੱਤੇ ਜੀ। ਜਿਸ ਇਨਸੈਂਟਿਵ ਕਰਕੇ ਪੰਜਾਬ ਦੀ ਜਿਹੜੀ ਇੰਡਸਟਰੀ ਸੀਗੀ ਵੀ ਉਹ ਵੀ ਗੁਆਂਢੀ ਸੂਬਿਆਂ ਦੇ ਵਿੱਚ ਜਾਣ ਲੱਗ ਪਈ। ਹਰਿਆਣੇ ਦਾ ਦਿੱਲੀ ਨਾਲ ਲੱਗਦਾ ਪਾਸਾ ਬੜਾ ਡਿਵੈਲਪ ਹੋ ਗਿਆ, ਹਿਮਾਚਲ ਨੂੰ ਪਹਾੜੀ ਸਟੇਟ ਕਰਕੇ ਉਦਾਂ ਸਹੂਲਤਾਂ। ਚੌਥਾ ਪਹਿਲੂ ਇਹ ਹੈਗਾ ਕਿ ਪਾਕਿਸਤਾਨ ਦੇ ਨਾਲ ਭਾਰਤ ਦੇ ਸਬੰਧ ਸੁਧਰੇ ਨਹੀਂ, ਜਿਹਦੇ ਨਾਲ ਜਿਹੜਾ ਕ੍ਰਾਸ ਬਾਰਡਰ ਟ੍ਰੇਡ ਸੀਗਾ ਜਿੰਨਾ ਵੱਧ ਸਕਦਾ ਸੀ ਉਹ ਨਹੀਂ ਵਧਿਆ। ਕਿਉਂਕਿ ਜੇ ਗੁਜਰਾਤ ਦੇ ਵਿੱਚੋਂ ਐਕਸਪੋਰਟ ਪਾਕਿਸਤਾਨ ਨੂੰ ਹੋ ਸਕਦੀ ਹੈ ਬਾਈ ਸ਼ਿਪਿੰਗ, ਤੇ ਸਿੱਧੀ ਪੰਜਾਬ ਦੇ ਵਿੱਚੋਂ ਪਾਕਿਸਤਾਨ ਨੂੰ ਕਿਉਂ ਨਹੀਂ ਹੋ ਸਕਦੀ? ਇੰਪੋਰਟ ਆਪਾਂ ਕਰਦੇ ਹਾਂ, ਕਹਿ ਲਓ ਕਿ ਅਫਗਾਨਿਸਤਾਨ ਦੇ ਸਾਰੇ ਪ੍ਰੋਡਿਊਸ ਦੀ ਮੇਵਿਆਂ ਦੀ ਖਾਸ ਕਰਕੇ, ਬਿਲਕੁਲ ਤੇ ਉਹ ਜਾਨੀ ਬਹੁਤ ਸਾਰਾ ਟ੍ਰੇਡ ਚੱਲਦਾ ਸੀ। ਜੇ ਪਾਕਿਸਤਾਨ ਦਾ ਬਾਰਡਰ ਕਿਤੇ ਚੰਗੀ ਤਰ੍ਹਾਂ ਖੁੱਲਿਆ ਹੋਵੇ ਤੇ ਇਕੱਲਾ ਪਾਕਿਸਤਾਨ ਨਹੀਂ, ਮੂਰੇ ਅਫਗਾਨਿਸਤਾਨ, ਇਰਾਨ, ਇਰਾਕ, ਪੂਰਾ ਅਰਬ ਦੇਸ਼ ਖੁੱਲੇ ਆ। ਬਿਲਕੁਲ। ਤੇ ਪੰਜਵਾਂ ਪਹਿਲੂ ਇਹਦਾ ਹੈਗਾ ਕਿ ਜਿੰਨੀ ਰੀਜਨਲ ਕੋਆਪਰੇਸ਼ਨ ਡਿਵੈਲਪ ਹੋ ਸਕਦੀ ਸੀਗੀ ਉਹ ਨਹੀਂ ਹੋ ਸਕੀ। ਮੇਰੇ ਕਹਿਣ ਦਾ ਭਾਵ ਇਹ ਹੈਗਾ ਕਿ ਪੰਜਾਬ ਦੀ ਜਿਹੜੀ ਟੂਰਿਜ਼ਮ ਆ ਉਸ ਟੂਰਿਜ਼ਮ ਨੂੰ ਹਿਮਾਚਲ ਦੀ ਟੂਰਿਜ਼ਮ ਨਾਲ ਲਿੰਕ ਨਹੀਂ ਕੀਤਾ ਗਿਆ ਜੀ, ਜਾਂ ਹਿਮਾਚਲ ਦੀ ਟੂਰਿਜ਼ਮ ਪੰਜਾਬ ਦੀ ਜਿਹੜੀ ਟੂਰਿਜ਼ਮ ਆ ਉਹਨੂੰ ਲਿੰਕ ਨਹੀਂ ਹੋਣ ਦਿੱਤਾ ਜੀ। ਕਿਉਂਕਿ ਆਪਾਂ ਨੂੰ ਪਤਾ ਵੀ ਜਿਹਨਾਂ ਨੇ ਦਰਬਾਰ ਸਾਹਿਬ ਆਉਣਾ ਉਹ ਡਲਹੌਜ਼ੀ ਵੀ ਜਾਣਾ ਚਾਹੁੰਦੇ ਆ, ਸ਼ਿਮਲਾ ਤੇ ਕੁੱਲੂ ਮਨਾਲੀ ਵੀ ਜਾਣਾ ਚਾਹੁੰਦੇ ਆ, ਤੇ ਜਿਹੜੇ ਕੁੱਲੂ ਮਨਾਲੀ ਆਉਂਦੇ ਹੈਗੇ ਉਹ ਦਰਬਾਰ ਸਾਹਿਬ ਵੀ ਆਉਣਾ ਚਾਹੁੰਦੇ। ਔਰ ਪੰਜਾਬ ਦੀ ਜਿਹੜੀ ਵੱਖਰੀ ਟੂਰਿਜ਼ਮ ਡਿਵੈਲਪ ਕੀਤੀ ਜਾ ਸਕਦੀ ਸੀ ਧਰਮ ਦੇ ਨਾਲ ਜੁੜ ਕੇ, ਕਿਉਂਕਿ ਸਿੱਖਾਂ ਦਾ ਦੁਨੀਆ ਭਰ ਸਿੱਖ ਫੈਲੇ ਹੋਏ ਆ ਤੇ ਸਿੱਖਾਂ ਦਾ ਉਹ ਤੁਹਾਡੀ ਗੁਰੂਆਂ ਦੀ ਧਰਤੀ ਆ। ਬਿਲਕੁਲ। ਉਹ ਮੇਰੇ ਖਿਆਲ ਜਦੋਂ ਪਿਛਲੀਆਂ ਗੌਰਮੈਂਟਾਂ ਅਸੀਂ ਗੱਲ ਚੱਲੇ ਉਦੋਂ ਕੁਝ ਯਤਨ ਹੋਏ ਆ, ਕੁਝ ਸਥਾਨ ਬਣਾਏ ਗਏ, 10-12 ਸਥਾਨ ਬਣੇ, ਜੰਗੀ ਸ਼ਹੀਦਾਂ ਯਾਦਗਾਰਾਂ ਬਣੀਆਂ, ਬੰਦੇ ਬਹਾਦਰ ਵਾਲੀ ਬਣੀ, ਬਾਕੀ ਪਰ ਉਹ ਵੱਡਾ ਕੰਮ ਨਹੀਂ ਹੋਇਆ। ਹਾਂ ਬਿਲਕੁਲ, ਜਿੱਦਾਂ ਹੁਣ ਦੂਜਾ ਤਾਂ ਪਹਿਲੂ ਇਹ ਹੈਗਾ ਜਿਹੜੀ ਪੰਜਾਬ ਦੀ ਅੰਦਰੂਨੀ ਆਮਦਨ ਦੇ ਸਾਧਨ ਸੀਗੇ ਉਹਦੇ ਤੇ ਪੰਜਾਬ ਦੀ ਜਿਹੜੀ ਡੋਮੀਨੈਂਟ ਪੋਲੀਟੀਕਲ ਕਲਾਸ ਹੈ ਉਹਨੇ ਡਾਕਾ ਮਾਰਿਆ। ਦੂਜੇ ਲਫ਼ਜ਼ਾਂ ਦੇ ਵਿੱਚ ਜਿੰਨਾ ਰੇਤ, ਜਿੰਨੀ ਬਜਰੀ, ਜਿੰਨੀ ਸ਼ਰਾਬ, ਜਿੰਨੇ ਸੰਬੰਧਿਤ ਨੈਚੁਰਲ ਰਿਸੋਰਸਿਸ ਪੰਜਾਬ ਦੇ ਵਿੱਚੋਂ ਪੈਦਾ ਹੋ ਸਕਦੇ ਸੀਗੇ ਜਾਂ ਹੁੰਦੇ ਆ, ਉਹਦਾ ਜਿੰਨਾ ਆਮਦਨ ਕਰ ਸਰਕਾਰ ਨੂੰ ਆਉਣਾ ਸੀਗਾ, ਜਿਹੜਾ ਲੋਕਾਂ ਤੇ ਖਰਚ ਹੋਣਾ ਸੀ, ਉਹ ਨਹੀਂ ਹੋਇਆ। ਜਿਹੜੀ ਪਾਰਟੀ ਰਾਜ ਕਰਦੀ ਸੀ ਉਹਨੇ ਆਪਣੇ ਛੇਤਾਂ ਦੇ ਦਿੱਤਾ, ਉਹਨਾਂ ਨੇ ਆਪਣੇ ਆਪ ਦੇ ਵਿੱਚ ਐਕਸਪਲੋਇਟ ਕਰਕੇ ਆਪਣੇ ਆਪ ਦੇ ਵਿੱਚ ਵਰਤਿਆ। ਉਹਨੂੰ ਆਪਾਂ ਮਾਫੀਆ ਰਾਜ ਕਹਿ ਲਈਏ, ਉਹਨੂੰ ਬਲੈਕ ਮਾਰਕੀਟ ਕਹਿ ਲਈਏ, ਉਹਨੂੰ ਕੁਛ ਵੀ ਅਸਲੀ ਲਫ਼ਜ਼ਾਂ ਦੇ ਵਿੱਚ ਇਹ ਹੈਗਾ ਵੀ ਜਿੰਨੀ ਉੱਥੋਂ ਆਮਦਨ ਹੋ ਰਹੀ ਆ ਉਹ ਸਾਰੀ ਅਨਡਿਕਲੇਅਰਡ ਆਮਦਨ ਆ, ਜਿਹਦੇ ਵਿੱਚੋਂ 20 ਤੋਂ 30% ਜਿਹੜਾ ਸਟੇਟ ਨੂੰ ਆਉਣਾ ਚਾਹੀਦਾ ਸੀਗਾ ਰੈਵਨਿਊ, ਉਹ ਬਿਲਕੁਲ ਨਹੀਂ ਆ ਰਿਹਾ। ਤੇ ਉਹ ਮਤਲਬ ਇੱਕ ਬਹੁਤ ਵੱਡਾ ਆਪਣੇ ਆਪ ਦੇ ਪਹਿਲੂ ਹੈਗਾ। ਤੇ ਅਗਲਾ ਪਹਿਲੂ ਇਹਦਾ ਇਹ ਹੈਗਾ ਕਿ ਪੰਜਾਬ ਦੇ ਵਿੱਚ ਕਿਉਂਕਿ ਜਿਹੜਾ ਰਾਜ ਆ ਕਿਸੇ ਵੀ ਪਾਰਟੀ ਦਾ ਵੀ ਰਿਹਾ, ਦੋਹਾਂ ਦੇ ਵਿੱਚੋਂ ਦੋ ਪਾਰਟੀਆਂ ਜਿਹੜਾ ਅਮਲਾ ਫੈਲਾ ਆ, ਅਮਲੇ ਫੈਲੇ ਨਾਲ ਜਿਸ ਫੁਰਤੀ ਦੇ ਵਿੱਚ ਬਿਹਾਰ ਦੇ ਸਿਵਲ ਸਰਵੈਂਟ ਤੇ ਯੂਪੀ ਦੇ ਸਿਵਲ ਸਰਵੈਂਟ ਜਾਂ ਹਰਿਆਣੇ ਦੇ ਸਿਵਲ ਸਰਵੈਂਟ ਜਾਂ ਹੋਰਨਾਂ ਸੂਬਿਆਂ ਦੇ ਕਰਦੇ ਆ, ਉਸ ਫਰਤੀਲੀ ਦੇ ਨਾਲ
ਫੁਰਤੀਲੇਪਨ ਦੇ ਨਾਲ ਪੰਜਾਬ ਦੀ ਸਰਵਿਸ ਨਹੀਂ ਉਹ ਕੀਤੀ। ਇਹਦੀ ਮੈਂ ਮਤਲਬ ਐਗਜ਼ਾਮਪਲ ਤੁਹਾਨੂੰ ਦਿੰਦਾ ਕਿ ਮੈਂ ਵੱਖਰੇ ਪਲੇਟਫਾਰਮ 'ਤੇ ਵੀ ਗੱਲ ਕੀਤੀ ਸੀਗੀ। ਮੈਂ ਤਕਰੀਬਨ ਆਪਣੇ ਸਰਵਿਸ ਕਾਲ ਦੇ ਦੌਰਾਨ ਦਿੱਲੀ ਅਤੇ ਬੰਬੇ ਕਾਫੀ ਕਾਨਫਰੰਸਾਂ ਅਟੈਂਡ ਕੀਤੀਆਂ, ਜਿਹਦੇ ਵਿੱਚ ਪੋਲੀਟੀਸ਼ੀਅਨ ਤਾਂ ਵੇਲੇ ਆਉਂਦੇ ਆ ਜਿਨ੍ਹਾਂ ਨੇ ਬੋਲਣਾ ਹੁੰਦਾ ਸੀਗਾ, ਖਾਸ ਕਰਕੇ ਯੂਨੀਅਨ ਗਵਰਨਮੈਂਟ ਨਾਲ ਸੰਬੰਧ ਚਾਹੇ ਕਿਸੇ ਵੀ ਪਾਰਟੀ ਦਾ ਰਾਜ ਸੀਗਾ, ਸੀਨੀਅਰ ਸਿਵਲ ਸਰਵੈਂਟ ਅਤੇ ਜਿਹੜੇ ਬਿਲਕੁਲ ਮਾਹਰ ਹੈਗੇ ਆ ਇੰਡੀਆ ਦੇ ਵੱਖ-ਵੱਖ ਪਹਿਲੂਆਂ 'ਤੇ, ਉਹ ਆਉਂਦੇ ਸੀਗੇ। ਮੈਂ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਅਤੇ ਪਾਰਟੀਸਪੇਸ਼ਨ ਬਹੁਤ ਘੱਟ ਦੇਖੀ ਜੀ, ਖਾਸ ਕਰਕੇ ਜਿਹੜੇ ਡਾਕਟਰ ਮਨਮੋਹਨ ਸਿੰਘ ਦੇ ਕਾਲ ਦੇ ਵਿੱਚ ਉਹ ਜਿਹੜੇ 10 ਸਾਲ ਦੇ ਉਸ ਸਾਲ ਦੇ, ਕਿਉਂਕਿ ਸਾਡਾ ਕਿੱਤਾ ਸੀਗਾ ਐਜੂਕੇਸ਼ਨ, ਕਿਤੇ ਨਾਲ ਜੁੜੀ ਟ੍ਰੇਨਿੰਗ, ਸਕਿੱਲਸ ਅਤੇ ਇੰਡਸਟਰੀ ਅਤੇ ਸਰਵਿਸ ਨਾਲ, ਉਹਦੇ ਵਿੱਚ ਉਸ ਵੇਲੇ ਬਹੁਤ ਵੱਡੇ ਬਜਟ ਸਥਾਪਿਤ ਹੋਏ ਸੀਗੇ ਕਿ ਆਉਂਦਿਆਂ ਵਰ੍ਹਿਆਂ ਦੇ ਵਿੱਚ ਅਸੀਂ ਪੰਜਾਬ ਨਾ ਭਾਰਤ ਦੇ 50 ਕਰੋੜ ਲੋਕ ਟ੍ਰੇਨ ਕਰਨਾ ਚਾਹੁੰਦੇ ਆਉਂਦੇ 10-15 ਸਾਲਾਂ ਦੇ ਵਿੱਚ, ਜਿਹੜੇ ਕੰਸਟਰਕਸ਼ਨ ਦਾ, ਇੰਡਸਟਰੀ ਦਾ, ਇੰਜੀਨੀਅਰਿੰਗ ਦਾ, ਸੌਫਟਵੇਅਰ ਡਿਵੈਲਪਮੈਂਟ ਦਾ, ਕੰਪਿਊਟਰਾਂ ਦਾ ਜਾਂ ਹੋਰ ਸਾਰਾ ਐਗਰੀਕਲਚਰ ਦਾ, ਬਿਲਕੁਲ ਐਗਰੀ ਮਤਲਬ ਜਿਹੜੀ ਡਿਵੈਲਪਮੈਂਟ ਹੈ ਉਹ ਇੰਡੀਆ ਦੀ ਹੋਵੇ ਅਤੇ ਮਹਾਰਤ ਕਾਇਮ ਹੋਵੇ। ਮੈਂ ਇਹ ਬਹੁਤ ਸਵਾਲ ਵੱਖ-ਵੱਖ ਲੋਕਾਂ ਨੂੰ ਕੀਤਾ ਕਿ ਪੰਜਾਬ ਦੀ ਪਾਰਟੀਸਪੇਸ਼ਨ ਕਿਉਂ ਨਹੀਂ ਹੈਗੀ ਇੱਥੇ, ਇੰਨਾ ਪੈਸਾ ਅਵੇਲੇਬਲ ਆ, ਇੰਨੀ ਮਤਲਬ ਇਹ ਸਹੂਲਤ ਅਵੇਲੇਬਲ ਹੈਗੀ ਆ, ਇੰਨੇ ਪੋਟੈਂਸ਼ੀਅਲ ਆ। ਆਮ ਤੌਰ 'ਤੇ ਇਹੋ ਜਿਹੀ ਇਨਵੀਟੇਸ਼ਨਾਂ ਤੁਹਾਨੂੰ ਜਾਂਦੀਆਂ, ਏਜੰਡੇ ਵੀ ਜਾਂਦੇ ਆ, ਰਿਪੋਰਟਾਂ ਵੀ ਜਾਂਦੀਆਂ, ਪਰ ਉਹਦੀ ਐਕਟਿਵ ਪਾਰਟੀਸਪੇਸ਼ਨ ਦਾ ਲੈਵਲ ਬਹੁਤ ਘੱਟ ਆ। ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈਗਾ, ਇਹ ਮੈਂ ਆਪ ਮਤਲਬ ਇਹ ਨਿੱਜੀ ਤੌਰ 'ਤੇ, ਕਿਉਂਕਿ ਨਾ ਅੱਜ ਕੱਲ੍ਹ ਤਾਂ ਲੋਕੀ ਜਾਂਦੇ ਇੰਡੀਆ ਤੋਂ ਵਪਾਰ ਕਰਨ। ਅਸੀਂ ਇੱਕ ਵਾਰੀ ਕਾਮਨਵੈਲਥ ਕੰਟਰੀਆਂ ਦੇ ਫੰਡਾਂ ਦੇ ਵਿੱਚੋਂ ਪੈਸਾ ਲੈ ਕੇ ਪੰਜਾਬ ਦੇ ਵਿੱਚ ਗਏ ਸੀ ਕਿ ਆਓ ਆਹ ਚੀਜ਼ ਡਿਵੈਲਪ ਕਰੀਏ, ਤੁਸੀਂ ਲਓ ਪੈਸਾ ਤਾਂ ਕਰੋ। ਚਿੱਠੀਆਂ ਬੇਸਿਕ ਲਿਖਣੀਆਂ, ਬੇਸਿਕ ਮੈਮੋਰੈਂਡਮ ਤਿਆਰ ਕਰਨੇ, ਬੇਸਿਕ ਡਾਕੂਮੈਂਟ ਤਿਆਰ ਕਰਨੇ, ਜੋ ਜੀ ਤੁਸੀਂ ਕਰ ਦਿਓ ਫਿਰ ਅਸੀਂ ਕਰ ਲੈਂਦੇ ਹਾਂ। ਮੇਰਾ ਮਤਲਬ ਕਹਿਣ ਦਾ ਹੈਗਾ ਵੀ ਗੱਲ ਆਪਾਂ ਲੰਬੀ ਨਹੀਂ ਕਰਨੀ, ਵੀ ਪੰਜਾਬ ਦੇ ਸਿਵਲ ਸਰਵੈਂਟ ਅਤੇ ਪੰਜਾਬ ਦੇ ਪੋਲੀਟੀਸ਼ੀਅਨ ਵੱਡਿਆਂ ਪ੍ਰੋਜੈਕਟਾਂ 'ਤੇ ਕੰਮ ਕਰਕੇ ਪੰਜਾਬ ਲਈ ਸਹੂਲਤਾਂ ਲੈਣ ਵਾਸਤੇ ਯੂਨੀਅਨ ਗਵਰਨਮੈਂਟ ਦਾ, ਵਰਲਡ ਬੈਂਕ ਦਾ, IMF ਦਾ ਜਿਹੜਾ ਪੈਸਾ ਖਿੱਚਿਆ ਜਾਂਦਾ, ਉਹ 'ਤੇ ਬਹੁਤ ਵੱਡੀ ਕਮਜ਼ੋਰੀ ਹੈ। ਕੁਛ ਹੈ ਪਰ ਜਿਸ ਲੈਵਲ 'ਤੇ ਹੋ ਸਕਦਾ ਸੀ ਉਸ ਲੈਵਲ 'ਤੇ ਨਹੀਂ ਹੋ ਸਕਿਆ, ਅਤੇ ਉਹਦਾ ਜਿਹੜਾ ਨੁਕਸਾਨ ਹੈ ਉਹ ਪੰਜਾਬ ਦੀ ਡਿਵੈਲਪਮੈਂਟ ਹੋਇਆ। ਹੁਣ ਬਜਾਏ ਇਹਦੇ ਇਹ ਠੀਕ ਹੈ ਕਿ ਖਾਸ ਕਰਕੇ ਪਿਛਲੀ ਅਕਾਲੀ BJP ਗਵਰਨਮੈਂਟ ਦੇ ਦੌਰਾਨ 30 ਦੇ ਕਰੀਬ ਯੂਨੀਵਰਸਿਟੀਆਂ ਸਥਾਪਿਤ ਹੋਈਆਂ ਅਤੇ ਕਾਲਜ ਸਥਾਪਿਤ ਹੋਏ ਅਤੇ ਖਾਸ ਅਦਾਰੇ ਵੀ ਸਥਾਪਿਤ ਹੋਏ, ਪਰ ਪੰਜਾਬ ਦੇ ਵਿੱਚ ਜਿਹੜੀ ਇਕੋਨਮੀ ਹੈ, ਐਗਰੀਕਲਚਰ ਇਕੋਨਮੀ ਹੈ, ਉਸ ਦੇ ਹਿਸਾਬ ਦੇ ਨਾਲ ਟ੍ਰੇਨਿੰਗ ਸੈਂਟਰ, ਸਕਿੱਲ ਸੈਂਟਰ, ਕਿੱਤਾ ਸੰਬੰਧਿਤ ਕਾਲਜ, ਉਹ ਜਿਹੜੀ ਮਹਾਰਤ ਆ ਉਹ ਨਹੀਂ ਪੈਦਾ ਹੋ ਸਕਦੀ। ਯੂਨੀਵਰਸਿਟੀਆਂ ਕਾਇਮ ਹੋ ਗਈਆਂ, ਕਾਲਜ ਵੀ ਕਾਇਮ ਹੋਏ, ਪਰ ਉਹਨਾਂ ਨੂੰ ਹੁਣ ਸਟੂਡੈਂਟ ਨਹੀਂ ਲੱਭ ਰਿਹਾ, ਕਿਉਂਕਿ ਵਿਦੇਸ਼ਾਂ ਵਿੱਚ ਆਈਲੈਟ ਕਰਕੇ ਆ ਰਹੇ ਹੈਗੇ ਆ। ਅਤੇ ਇਹਦੇ ਨਾਲ ਤੁਸੀਂ ਦੇਖੋ ਵੀ ਪੰਜਾਬ ਦਾ ਜਿਹੜਾ ਕੰਸਿਸਟੈਂਟ ਰੈਵਨਿਊ ਆ, ਜਿਹੜਾ ਹਿਊਮਨ ਰਿਸੋਰਸ ਆ, ਉਹ ਨਹੀਂ ਡਿਵੈਲਪ ਹੋ ਰਿਹਾ। ਔਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਦੇ ਵੱਡੇ ਅਦਾਰੇ ਜਿਹੜੇ ਹੈਗੇ, ਚਾਹੇ ਉਹ ਪ੍ਰਾਈਵੇਟ ਆ ਚਾਹੇ ਉਹ ਪਬਲਿਕ ਆ, ਉਹਨਾਂ ਵਿੱਚ ਜਿਹੜੇ ਡਿਸੀਜਨ ਮੇਕਰ ਆ, ਉਹਨਾਂ ਦੇ ਜਿਹੜੇ ਮਹਾਰਤ ਵਾਲੇ ਆ, ਬਹੁਤ ਮੈਂ ਦੇਖਿਆ ਹੈਗਾ ਕਿ ਹੁਣ ਯੂਨੀਵਰਸਿਟੀਆਂ ਦੇ ਵਿੱਚ ਵੀ ਅਤੇ ਬਾਕੀ ਅਦਾਰਿਆਂ ਦੇ ਵਿੱਚ ਵੀ ਉਹ ਦੂਜੀਆਂ ਸਟੇਟਾਂ ਦੇ ਹੈ, ਕਿਉਂਕਿ ਉਹਨਾਂ ਦੀ ਅੰਗਰੇਜ਼ੀ ਵਧੀਆ, ਉਹਦੀ ਸਿਆਣਪ ਹੈਗੀ ਆ, ਉਹ ਤਜਰਬਾ ਹੈਗਾ, ਅਤੇ ਉਹ ਨੌਕਰੀ। ਇਹਦੇ ਨਾਲ ਜ਼ਰੂਰੀ ਮੈਂ ਗੱਲ ਕਰਨ ਲੱਗਾ ਸੀਗਾ, ਕਿਉਂਕਿ ਤੁਸੀਂ ਕਹਿੰਦੇ ਪੰਜਾਬ ਦੀ ਬਿਊਰੋਕ੍ਰੇਸੀ ਨਹੀਂ, ਜਾਣੀ ਕਿ ਉਹਨਾਂ ਦੇ ਅਫਸਰਾਂ ਨੇ ਉਸ ਪੱਧਰ ਦਾ ਕੰਮ ਨਹੀਂ ਕੀਤਾ ਜਿਹੋ ਜਿਹਾ ਦੂਜੇ ਸਟੇਟਾਂ ਨੇ ਕੀਤਾ, ਪਰ ਪੰਜਾਬ ਦੇ ਵਿੱਚ ਦੇਖਣ ਨੂੰ ਇਹ ਵੀ ਮਿਲਦਾ ਕਿ ਪੰਜਾਬ ਦੇ IAS ਤੇ IPS ਅਫਸਰ ਜਿਹੜੇ ਆ, ਬਹੁਤੇ ਇਸ ਟਾਈਮ ਜਿਹੜੇ ਹੈਗੇ ਅਹੁਦਿਆਂ 'ਤੇ ਬੈਠੇ, ਜਿਹੜੇ ਉਹਨਾਂ 'ਚੋਂ ਬਹੁਤੇ ਤਾਂ ਬਿਹਾਰ ਕੇਡਰ ਦੇ ਆ, ਕੁਛ ਕੇਰਲਾ ਕੇਡਰ ਦੇ ਆ, ਕੁਛ ਮਹਾਰਾਸ਼ਟਰ ਕੇਡਰ ਦੇ ਬੈਠੇ ਆ, ਕੁਝ UP ਕੇਡਰ ਦੇ ਵੀ ਬੈਠੇ ਆ। ਪੰਜਾਬ ਦੇ ਵਿੱਚ ਤਾਂ ਪੰਜਾਬ ਨੇ ਆਪਣੇ IAS ਤੇ IPS ਅਫਸਰ ਵੀ ਲੋੜ ਮੁਤਾਬਕ ਨਹੀਂ ਪੈਦਾ ਕੀਤੇ। ਹਾਂਜੀ, ਤੇ ਇਹ ਸ਼ਾਇਦ ਇਸ ਕਰਕੇ ਹੀ ਬਹੁਤ ਕੁਛ ਹੋ ਰਿਹਾ। ਹਾਂ, ਦੇਖੋ ਮੇਰੀ ਗੱਲ ਸੁਣੋ, ਵੀ ਸਿੰਪਲ ਰਣ ਸਾਹਿਬ ਗੱਲ ਹੈ ਕਿ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰ ਲਈਏ ਜੀ, ਚਾਹੇ ਪਿੰਡ ਲੈਵਲ 'ਤੇ, ਚਾਹੇ ਇੱਥੇ ਹੁਣ ਆਪਾਂ ਬਰਮਿੰਘਮ ਹੈ ਇਸ ਲੈਵਲ 'ਤੇ ਕੰਮ ਕਰ ਲਈਏ। ਜੇ ਤਾਂ ਕਮਿਊਨਿਟੀ ਦੇ ਵਿੱਚ ਸਿਆਣੇ ਲੋਕ, ਮਹਾਰਤ ਵਾਲੇ ਲੋਕ, ਵਿਜ਼ਨ ਵਾਲੇ, ਜਿਹਨੂੰ ਆਪਾਂ ਅਗਵਾਈ ਸੱਦਦੇ ਹਾਂ ਨਾ, ਵੀ ਤੁਹਾਡੇ ਪਾਸ ਵਿਜ਼ਨ ਵੀ ਹੋਣਾ ਚਾਹੀਦਾ ਅਤੇ ਤੁਹਾਡੇ ਪਾਸ ਦਿਸ਼ਾ ਦੇ ਨਾਲ ਦ੍ਰਿਸ਼ਟੀ ਹੋਣੀ ਚਾਹੀਦੀ ਹੈ, ਦ੍ਰਿਸ਼ਟੀ ਨਾਲ ਦਿਸ਼ਾ ਹੋਣੀ ਚਾਹੀਦਾ, ਕਿੱਧਰ ਨੂੰ ਜਾਣਾ, ਕੀ ਕਰਨਾ, ਕਿਵੇਂ ਜਾਇਆ ਜਾਵੇ, ਇਹ ਜੇ ਨਾ ਹੋਵੇ। ਅਤੇ ਦੂਜਾ ਮਤਲਬ ਪੈਸ਼ਨ ਵੀ ਚਾਹੀਦਾ, ਇਮੋਸ਼ਨਲੀ ਜਜ਼ਬਾਤੀ ਤੌਰ 'ਤੇ ਤੁਹਾਡੇ ਵਿੱਚ ਇਹ ਭਾਵਨਾ ਹੋਣੀ ਚਾਹੀਦੀ ਹੈ ਵੀ ਅਸੀਂ ਆਪਣੀ ਸਟੇਟ ਨੂੰ ਅਗਾਂਹ ਲੈ ਕੇ ਜਾਣਾ ਹੈਗਾ।
ਇਹ 50s 60s 70s ਬਹੁਤ ਜ਼ਿਆਦਾ ਸੀ। ਜੀ ਜੇ ਮਤਲਬ ਇਹ ਹੁਣ ਵਰਗੀ ਪੋਲਿਟਿਕਸ ਹੁੰਦੀ ਤਾਂ ਪੰਜਾਬੀ ਸੂਬਾ ਵੀ ਨਹੀਂ ਸੀ ਬਣਨਾ। ਜੀ ਜੇ ਹੁਣ ਵਰਗੀ ਪੋਲਿਟਿਕਸ ਹੁੰਦੀ ਤਾਂ ਐਗਰੀਕਲਚਰ ਯੂਨੀਵਰਸਿਟੀ ਨਹੀਂ ਸੀ ਬਣਨੀ। ਜੀ। ਜੇ ਹੁਣ ਵਰਗੀ ਪੋਲਿਟਿਕਸ ਹੁੰਦੀ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਹੀਂ ਸੀ ਬਣਨੀ। ਜੀ ਜੀ ਹੁਣ ਮਤਲਬ ਜਿਹੜੀਆਂ ਯੂਨੀਵਰਸਿਟੀਆਂ ਬਣੀਆਂ ਉਹ ਬਾਹਲੇ ਪ੍ਰਾਈਵੇਟ ਹੀ ਬਣੀਆਂ। ਪ੍ਰਾਈਵੇਟ ਬਣਿਆ। ਹਾਂਜੀ ਉਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ, ਪਰ ਬਹੁਤ ਹਾਲਤਾਂ ਦੇ ਵਿੱਚ ਜਿਹੜੀ ਮਨੀ ਲਾਂਡਰਿੰਗ ਹੋਈ ਆ, ਜਿਹੜਾ ਗੈਰ ਕਾਨੂੰਨੀ ਪੈਸਾ ਲੋਕਾਂ ਨੇ ਕਮਾਇਆ, ਉਹਨੂੰ ਕਹਿ ਲਓ ਵੀ ਰੈਗੂਲਰਾਈਜ਼ ਕਰਨ ਵਾਸਤੇ ਉਹਨਾਂ ਅਦਾਰਿਆਂ ਦੇ ਵਿੱਚ ਲਾ ਕੇ ਉਹ ਇਨਫਰਾਸਟ੍ਰਕਚਰ ਡਿਵੈਲਪ ਉਹਨਾਂ ਕਰ ਲੈਂਦੇ। ਤੁਹਾਨੂੰ ਪਤਾ ਜੀ ਕਿਵੇਂ ਉੱਥੇ ਕੰਮ ਚੱਲਦੇ ਆ, ਤੇ ਫਿਰ ਉਹ ਮਤਲਬ ਕਿ ਉਹਦੇ ਤੇ ਆਪਣਾ ਨਵਾਂ ਸ਼ਾਹੂਕਾਰਾ ਕਾਇਮ ਕਰ ਲੈਂਦੇ ਹੈਗੇ ਆ। ਸੋ ਇਹ ਜਿਹੜੇ ਸਾਰੇ ਪਹਿਲੂ ਰਲਾ ਮਿਲਾ ਕੇ ਪੰਜਾਬ ਦਾ ਆਰਥਿਕ ਸੰਕਟ ਬਣਿਆ। ਹੁਣ ਤੁਸੀਂ ਦੇਖੋ ਵੀ ਉਹ ਕੈਪਟਨ ਸਾਹਿਬ ਨੇ ਪਿਛਲੀ ਵਾਰੀ ਕਿਹਾ ਸੀ ਗੁਟਕਾ ਫੜ ਕੇ ਵੀ ਮੈਂ ਘਰ ਘਰ ਨੌਕਰੀ ਦੇ ਦੇਣੀ ਹੈ ਜੀ। ਨਾ ਇੰਡਸਟਰੀ ਹੈ, ਨਾ ਸਰਵਿਸਿਜ਼ ਹੈ, ਨਾ ਡਿਵੈਲਪਮੈਂਟ ਆ, ਨੌਕਰੀਆਂ ਤੁਸੀਂ ਕਿੱਥੋਂ ਦੇ ਦੇਣੀਆਂ? ਲੋਕਾਂ ਨੂੰ ਮਤਲਬ ਵੀ ਮੂਰਖ ਬਣਾਉਣ ਵਾਲੀ ਗੱਲ ਆ। ਘੱਟੋ ਘੱਟ ਜੇ ਆਪਾਂ ਦੇਖਿਆ ਜਾਵੇ ਪਿਛਲੇ 15-20 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੇ ਤੌਰ ਤੇ ਬਿਜਲੀ ਸਭ ਤੋਂ ਵੱਡੀ ਸਮੱਸਿਆ ਸੀਗੀ। ਜੀ ਜਦੋਂ ਮਤਲਬ ਕਿ 2007 ਦੇ ਵਿੱਚ ਪਿਛਲੀ ਅਕਾਲੀ ਬੀਜੇਪੀ ਗਵਰਨਮੈਂਟ ਆਈ ਹੈ, ਉਦੋਂ ਕੋਈ 6000 ਕਿਲੋਵਾਟ ਬਿਜਲੀ ਪੈਦਾ ਹੁੰਦੀ ਸੀ। ਜਦੋਂ ਇਹ ਸਰਕਾਰ ਛੱਡ ਕੇ ਗਈ ਆ, ਇਹ ਮੇਰਾ ਖਿਆਲ 12,500 ਮੈਗਾਵਾਟ ਸੀ। ਇਸ ਪੱਧਰ ਤੇ ਕਾਫੀ ਕੰਮ ਇਸ ਪੱਧਰ ਤੇ ਕਾਫੀ ਕੰਮ ਹੋਇਆ। ਦੂਜੇ ਪਾਸੇ ਜਿਹੜਾ ਸੜਕਾਂ ਦਾ ਹਾਈਵੇਜ਼ ਤੇ ਡਿਸਟ੍ਰਿਕਟ ਲੈਵਲ ਦੀਆਂ ਸੜਕਾਂ ਤੇ ਰੂਰਲ ਲੈਵਲ ਦੀਆਂ, ਉਹਦਾ ਬੜਾ ਜਾਲ ਫਿਸਿਆ। ਤੇ ਤੀਜਾ ਜਿਹੜੀ ਤੁਹਾਡੀ ਅਸਲੀ ਗੱਲ ਹੈ ਉਹ ਕੀਤੀ ਵੀ ਟੂਰਿਜ਼ਮ ਡਿਵੈਲਪ ਕਰਨ ਵਾਸਤੇ ਤੁਸੀਂ ਦੇਖੋ ਵੀ ਦਰਬਾਰ ਸਾਹਿਬ ਜਾਣਾ ਖੁਸ਼ੀ ਹੁੰਦੀ ਹੈ, ਉਹ ਤਾਂ ਹਮੇਸ਼ਾ ਹੀ ਖੁਸ਼ੀ ਹੁੰਦੀ ਹੈ, ਕੋਈ ਸਾਡਾ ਕੇਂਦਰ ਹੈਗਾ। ਪਰ ਹੁਣ ਤੁਸੀਂ ਜਾਓ ਤੁਹਾਨੂੰ ਫਖਰ ਵੀ ਮਹਿਸੂਸ ਉਹ ਵੱਡ ਪੱਧਰ ਦਾ ਲੱਗਦਾ ਸੈਂਟਰ, ਬਿਲਕੁਲ ਜਿਵੇਂ ਰੋਮ ਜਾਓ ਤੇ ਦਰਬਾਰ ਸਾਹਿਬ ਜਾਓ ਇਦਾਂ ਲੱਗਦਾ ਇੱਕੋ ਜੀ। ਪਰ ਮੈਂ ਨਹੀਂ ਕਦੇ ਸੁਣਿਆ ਸਵਾਏ ਐਕਚੁਅਲੀ ਆਇਰੋਨਿਕਲੀ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਵੀ ਬਾਲ ਸਾਹਿਬ ਨੇ ਇਹ ਕੰਮ ਚੰਗਾ ਕਰਾ ਲਿਆ। ਹਾਂਜੀ ਹਾਂਜੀ। ਪਰ ਉਹ ਗੱਲ ਕਰਨ ਦਾ ਭਾਵ ਹੈਗਾ ਵੀ ਫਿਰ ਦੇਖੋ ਵੀ ਅੰਮ੍ਰਿਤਸਰ ਦੇ ਵਿੱਚ ਹਾਂਜੀ ਪਾਰਟੀਸ਼ਨ ਮਿਊਜ਼ੀਅਮ ਬਣਿਆ। ਹਾਂਜੀ। ਫਿਰ ਉਹ ਆਪਣੇ ਇਤਿਹਾਸਕ ਜੰਗਾਂ ਯੁੱਧਾਂ ਦਾ ਮਿਊਜ਼ੀਅਮ ਬਣਿਆ ਜੀ। ਤੇ ਕਰਤਾਰਪੁਰ ਮਤਲਬ ਕਿ ਆਜ਼ਾਦੀ ਨਾਲ ਸੰਬੰਧਿਤ ਜਲੰਧਰ ਦਾ ਜਿਹੜਾ ਕਰਤਾਰਪੁਰ ਸੀ ਜਗੀਸ਼ੀ ਦਾ ਯਾਦਗਾਰ ਬਣੀ, ਇੱਕ ਅੰਮ੍ਰਿਤਸਰ ਚ। ਹਾਂ, ਤੇ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਉਹ ਸਾਰੀ ਬੰਦਾ ਬਹਾਦਰ ਨਾਲ ਸੰਬੰਧਿਤ ਉਸ ਦੀ। ਫਿਰ ਖਾਲਸਾ ਹੈਰੀਟੇਜ ਸੈਂਟਰ, ਉੱਥੇ ਮਤਲਬ ਜਿਹੜੇ ਯੂਥ ਹੈ ਉਹਨਾਂ ਨੂੰ ਤੁਸੀਂ ਬਾਹਰ ਜਾਂਦੇ ਆ, ਉਹਨਾਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਵੀ ਇਸ ਲੈਵਲ ਦਾ ਮਿਊਜ਼ੀਅਮ ਤੇ ਅਦਾਰਾ ਇੱਥੇ ਵੀ ਹੋ ਸਕਦਾ। ਗੱਲ ਕਰਨ ਦਾ ਭਾਵ ਛੋਟਾ ਤੇ ਵੱਡਾ ਘੱਲੂਘਾਰਾ ਪੰਜਾਬ ਦੇ ਦੋ ਵੱਡੇ ਘਾਰੇ ਸਿੱਖ ਇਤਿਹਾਸ ਦੇ ਸੀਗੇ, ਛੋਟਾ ਤੇ ਵੱਡਾ ਘੱਲੂਘਾਰਾ ਦੋਨੇ ਸਥਾਨ ਉਹ ਵੀ ਬਣੇ। ਔਰ ਫਿਰ ਬਾਲਮੀਕ ਆਸ਼ਰਮ 100 ਸਾਲ ਦਾ ਝਗੜਾ ਚੱਲ ਰਿਹਾ ਸੀਗਾ ਗੋਰਿਆਂ ਦੇ ਵੇਲੇ ਤੋਂ ਲੈ ਕੇ, ਉਹ ਝਗੜਾ ਨਿਬੇੜ ਕੇ ਉਹ ਥਾਂ ਵੀ ਬਣੀ। ਤੇ ਸੰਕਟ ਨੂੰ ਕੰਪਲੀਟ ਕਰਨ ਵਾਸਤੇ ਜਿਹੜੇ ਆਪਾਂ ਸੰਕਟ ਦੀ ਗੱਲ ਕਰ ਰਹੇ ਹਾਂ, ਉਹ ਹੈਗਾ ਕਿ ਜਦੋਂ ਪਿਛਲੀ ਗਵਰਨਮੈਂਟ ਛੱਡ ਗਈ ਸੀ 2017 ਦੇ ਵਿੱਚ 1,85,000 ਕਰੋੜ ਰੁਪਇਆ ਕਰਜ਼ਾ ਸੀ ਪੰਜਾਬ ਸਿਰ। ਤੇ ਵੱਡਾ ਸੀ। ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਦੀ ਗਵਰਨਮੈਂਟ ਦੌਰਾਨ ਡਿਵੈਲਪਮੈਂਟ ਦਾ ਤੇ ਖਰਚਿਆਂ ਦਾ ਤੇ ਵੈਲਫੇਅਰ ਦਾ ਤੇ ਹੈਲਥ ਦਾ ਤੇ ਐਜੂਕੇਸ਼ਨ ਸਾਰੇ ਬਜਟ ਆਲਮੋਸਟ ਡਬਲ ਹੋ ਗਏ ਸਾਰੇ। ਠੀਕ। ਇਹਨਾਂ 3 ਸਾਲਾਂ ਦੇ ਵਿੱਚ 3 ਲੱਖ ਕਰੋੜ ਦੇ ਬਰਾਬਰ ਹੋ ਗਿਆ। ਡਬਲ ਹੋ ਗਿਆ ਕਰਜ਼ਾ, ਆਲਮੋਸਟ ਇੱਥੇ ਪਹੁੰਚ ਗਿਆ। ਅੱਛਾ। ਜਾਣੀ ਮਤਲਬ ਵੀ ਜਦੋਂ ਅਗਲੀਆਂ ਫਿਗਰਾਂ ਆਉਣੀਆਂ ਲੱਗਦਾ ਹੈਗਾ ਵੀ ਜਿਹੜਾ ਓਫੀਸ਼ੀਅਲ ਕਰਜ਼ਾ ਪੰਜਾਬ ਦਾ ਹੈਗਾ 3 ਲੱਖ ਕਰੋੜ ਦੇ ਬਰਾਬਰ ਹੋ ਜਾਣਾ। ਮੈਂ ਸਰਦਾਰਾ ਸਿੰਘ ਜੌਹਲ ਦੀ ਜਿਹੜੀ ਆਰਥਿਕ ਤੌਰ ਤੇ ਮਾਹਿਰ ਆ, ਉਹ ਕਹਿ ਰਿਹਾ ਸੀ ਕਿ ਜਿਹੜੀ ਤੁਹਾਨੂੰ ਮੰਡੀਆਂ ਤੋਂ 5,000 ਕਰੋੜ ਦੀ ਸਾਲਾਨਾ ਦੀ ਇਨਕਮ ਆਉਂਦੀ ਸੀਗੀ, ਪੰਜਾਬ ਸਰਕਾਰ ਨੇ ਹੁਣ ਜਿਹੜੀ 3 ਸਾਲ ਦੀ ਇਨਕਮ ਗਾਂ ਆਉਣੀ ਆ ਉਹਨੂੰ ਗਿਰਵੀ ਰੱਖ ਕੇ ਕਰਜ਼ਾ ਲਿਆ। ਬਿਲਕੁਲ ਉਹਨੂੰ ਗਿਰਵੀ ਰੱਖ ਕੇ ਕਰਜ਼ਾ ਲਿਆ ਹੋਇਆ। ਤੇ ਉਹ ਕਹਿੰਦੇ ਵੀ ਜਿਹੜਾ ਕਰਜ਼ਾ ਗਿਰਵੀ ਰੱਖ ਲਿਆ ਜੀ, ਆ ਸਾਰਾ ਕਾਨੂੰਨ ਆਹ ਇਦਾਂ ਲਾਗੂ ਹੋ ਗਿਆ, ਸਾਰਾ ਕੁਝ ਨਾ ਉਹਦੀ ਗਰੰਟੀ ਨਾ ਰਹੀ ਕਿਤੇ, ਤੇ ਉਹ ਕਰਜ਼ਾ ਕਿੱਦਾਂ ਮੋੜਨਾ ਗਿਰਵੀ ਤੋਂ ਪਹਿਲਾਂ ਰੱਖੀ ਵੀ 3 ਸਾਲ ਦੀ ਗਾਂ ਦੀ ਨਿੱਕੀ ਗਿਰਵੀ ਰੱਖੀ ਵੀ ਲੋਕਾਂ ਨੂੰ। ਯਾਨੀ ਕਿ ਪੰਜਾਬ ਏਡਾ ਕਰਜ਼ਾਈ ਆ ਕਿ ਤੁਸੀਂ ਇੱਕ ਤਾਂ ਹੁੰਦਾ ਨਾ ਵੀ ਮੇਰੀ ਜਿਹੜੀ ਤਨਖਾਹ ਆਈ ਆ ਮੈਂ ਉਹ ਚੋਂ ਕਿਸ ਦੇ ਦੇਣੀ ਆ, ਪਰ ਜਿਹੜੀ ਤੁਹਾਡੀ ਅਗਲੇ 3 ਸਾਲਾਂ ਦੇ ਵਿੱਚ ਜਿੰਨੀ ਤਨਖਾਹ ਆਉਣੀ ਆ ਤੁਸੀਂ ਉਹ ਵੀ ਕਰਜ਼ਾ ਉਹ ਵੀ ਕਰਜ਼ੇ ਉੱਤੇ ਵੀ ਕਰਜ਼ਾ ਲੈ ਲਓ, ਪਹਿਲਾਂ ਲੈ ਲਈ ਹੋਈ ਆ। ਹੁਣ ਦੇਖੋ ਵੀ ਸਾਰੀ ਕਲੈਕਟਿਵ ਫੇਲਿਅਰ ਕੀ ਹੈਗਾ। ਹਾਂਜੀ। ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕੁਝ ਵਾਰੀ ਪਹਿਲਾਂ ਕਿਹਾ ਸੀਗਾ ਵੀ ਅਸੀਂ ਪਾਣੀ ਦੀ ਲਾਇਲਟੀ ਦਾ ਹਿਸਾਬ ਕਿਤਾਬ ਕਰਕੇ ਕਲੇਮ ਕਰਾਂਗੇ ਜੀ, ਪਰ ਇਹਦੇ ਤੇ ਕੰਮ ਨਹੀਂ ਹੋਇਆ, ਕੀਤਾ ਨਹੀਂ ਗਿਆ। ਆਪਾਂ ਨੂੰ ਪਤਾ ਵੀ ਪਿਛਲੇ 50 ਸਾਲ ਇਹ ਇਸ ਕਰਕੇ ਕਹਿ ਰਿਹਾ ਕਿ ਮੋਦੀ ਸਾਹਿਬ ਹੁਣ ਪ੍ਰਧਾਨ ਮੰਤਰੀ ਹੈ, ਪਹਿਲਾਂ ਮੁੱਖ ਮੰਤਰੀ ਰਹੇ ਗੁਜਰਾਤ ਦੇ। ਹਾਂਜੀ। ਗੁਜਰਾਤ ਦੇ ਵਿੱਚ ਤੇਲ ਤੇ ਗੈਸ ਨਿਕਲਦਾ। ਹਾਂਜੀ। ਉਹਦੀ ਡਟ ਕੇ ਰਾਇਲਟੀ ਲੈਂਦੇ ਆ ਜੀ। ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਸੋਮਾ ਹੈਗਾ ਪਾਣੀ ਆ ਜੀ। ਪੰਜਾਬ ਦਾ ਰਿਪੇਰੀਅਨ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਇਹ ਸਾਡਾ ਸੋਮਾ ਆ ਜੀ।
ਇਹਦੇ ਵਿੱਚ ਜਿੰਨਾ ਵਾਧੂ ਪੰਜਾਬ ਪਾਣੀ ਹਰਿਆਣੇ ਨੂੰ, ਰਾਜਸਥਾਨ ਨੂੰ, ਦਿੱਲੀ ਨੂੰ ਦੇਣਾ ਹੈਗਾ, ਉਹਦਾ ਪਿਛਲੇ 50 ਸਾਲ ਦਾ ਜਿੰਨਾ ਮਤਲਬ ਕਿ ਰੈਵਨਿਊ ਬਣਦਾ, ਜਿੰਨਾ ਆਪਣਾ ਕੀ ਰਾਇਲਟੀ ਬਣਦੀ ਹੈ, ਉਹ ਰਾਇਲਟੀ ਵਰਕਆਊਟ ਕਰਕੇ ਪੰਜਾਬ ਦੇ ਸਾਰੇ ਕਰਜ਼ੇ ਲਾ ਸਕਦੇ ਆ, ਉਹਦੇ ਜਿਹੜਾ ਕਲੇਮ ਕਰਕੇ ਤੇ ਇਹਦੇ ਜਿਹੜੇ ਕਰਜ਼ਾ ਹੈ ਇਹ ਸਾਰਾ ਲਾਇਆ ਜਾ ਸਕਦਾ ਜੀ। ਜਾਣੀ ਮਤਲਬ ਕਿ ਸੰਕਟ ਵਧੀ ਜਾਂਦੇ ਆ, ਸੰਕਟ ਦੇ ਜਿਹੜੇ ਹੱਲ ਆ ਉਹ ਨਹੀਂ ਹੋ ਰਿਹਾ। ਔਰ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਨੁਕਸ ਵਾਲੀ ਗੱਲ ਹੈਗੀ ਹੈ ਪੋਲੀਟੀਕਲੀ, ਜਾਣੀ ਸਾਰੀਆਂ ਪੋਲੀਟੀਕਲ ਪਾਰਟੀਆਂ, ਸਾਰੇ ਲੀਡਰ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ, ਕੋਈ ਵੀ ਸੋਲੂਸ਼ਨ ਵਾਲੀ ਪੋਲਿਟਿਕਸ ਨਹੀਂ ਕਰ ਰਿਹਾ। ਹੁਣ ਵੀ ਜਿਹੜੀਆਂ ਪਾਰਟੀਆਂ ਤੁਰੀਆਂ ਕਿਸਾਨ ਅੰਦੋਲਨ ਦੇ ਹੱਕ 'ਚ, ਉਹ ਇੱਕ ਦੂਜੇ ਦੇ ਲੀਡਰਾਂ ਉੱਤੇ ਕਿੰਤੂ ਕਰ ਰਹੀਆਂ, ਮੈਂ ਆਹ ਗੱਲ ਕਹੀ ਪਰ ਉਹਨੇ ਨਹੀਂ ਕਹੀ, ਮੈਂ ਆਹ ਗੱਲ ਕਹੀ ਉਹਨੇ ਨਹੀਂ ਕਹੀ ਆ, ਤੇ ਇਹ ਇਦਾਂ ਕਰ ਰਹੇ। ਔਰ ਪਾਰਟੀਆਂ ਦੇ ਵਿੱਚ ਵੀ ਆਪਾਂ ਕਾਂਗਰਸ ਦੀ ਰੈਲੀ ਸੀਗੀ, ਉਹਦੇ ਵਿੱਚ ਨਵਜੋਤ ਸਿੱਧੂ ਬੋਲ ਰਿਹਾ ਸੀਗੇ, ਸੁਖਜਿੰਦਰ ਸਿੰਘ ਰੰਧਾਵਾ ਬੋਲ ਰਿਹਾ ਸੀ, ਪ੍ਰਤਾਪ ਸਿੰਘ ਬਾਜਵਾ ਬੋਲ ਰਿਹਾ ਸੀ, ਅਮਰਿੰਦਰ ਸਿੰਘ ਜੀ ਬੋਲੇ, ਜਿਹੜੇ ਚਾਰਾਂ ਦੀ ਸੁਰ ਵੱਖਰੀ ਸੀ। ਹਾਂਜੀ। ਔਰ ਇਹ ਪਾਰਟੀਆਂ ਦੇ ਵਿੱਚ ਵੀ ਇੱਕ ਦੂਜੇ ਨੂੰ ਕਿ ਮੈਂ ਆਹ ਕਹਿਣਾ ਵੀ ਜਿੱਦਾਂ ਨਵਜੋਤ ਸਿੱਧੂ ਨੂੰ ਕਿਹਾ ਕਿ ਜੇ ਹਿਮਾਚਲ ਸੇਬਾਂ ਦੀ ਦੇ ਸਕਦਾ, ਸੇਬ ਦੇ ਉੱਤੇ ਆਪਣੀ ਮਿਨੀਮਮ ਸਪੋਰਟਿੰਗ ਪ੍ਰਾਈਸ ਦੇ ਸਕਦਾ ਹੈ ਸੂਬੇ ਦੇ ਤੌਰ ਤੇ ਪੰਜਾਬ ਕਿਉਂ ਨਹੀਂ ਕਿਸਾਨ ਤੇ ਝੋਨੇ ਦੇ ਕਣਕ ਦੇ ਝੋਨੇ ਉੱਤੇ ਦਿੰਦਾ ਹੈਗਾ, ਵੀ ਸਾਨੂੰ ਮੈਂ ਮੁੱਖ ਮੰਤਰੀ ਕਹਿੰਦਾ ਦੇਣੀ ਚਾਹੀਦੀ। ਪਰ ਮੁੱਖ ਮੰਤਰੀ ਕਹਿ ਰਿਹਾ ਕਿ ਪੰਜਾਬ ਤਾਂ ਅੱਗੇ ਕਰਜਾਈ ਆ, ਸਾਡੇ ਕੋਲ ਹੈ ਕੁਝ ਨਹੀਂ, ਦਈਏ ਕਿੱਥੋਂ, ਵੀ ਸਿੱਧੂ ਤਾਂ ਬੋਲੀ ਜਾਂਦਾ। ਇਹ ਜਿਹੜੀਆਂ ਸਾਰੀਆਂ ਗੱਲਾਂ, ਯਾਨੀ ਤੁਹਾਡੀ ਪਾਰਟੀ ਦੇ ਅੰਦਰ ਵੀ ਸੁਰ ਇੱਕ ਨਹੀਂ ਤੇ ਪਾਰਟੀਆਂ ਦੀ ਇੱਕ ਦੂਜੇ ਨਾਲ ਵੀ ਸੁਰ ਇੱਕ ਨਹੀਂ, ਪੰਜਾਬ ਦੀ ਜਦ ਤੱਕ ਸੁਰ ਹੀ ਨਹੀਂ ਇੱਕ ਤੇ ਪੰਜਾਬ ਦਾ ਭਲਾ ਕਿਵੇਂ ਹੋ ਸਕਦਾ। ਮੈਂ ਇਹਦੇ ਵਿੱਚ ਇੱਕ ਸਵਾਲ ਮੇਰਾ ਨਿਕਲਦਾ ਵੀ ਜਿਹੜੇ ਸਾਡੇ ਪੰਜਾਬ ਦੇ ਸਾਰੇ ਸੰਕਟ ਆ, ਉਹਦੇ ਲਈ ਚਲੋ ਸੈਂਟਰ ਸਰਕਾਰ ਨੂੰ ਆਪਾਂ ਜ਼ਿੰਮੇਵਾਰ ਕਹਿੰਦੇ ਆ, ਆਪਾਂ ਸਰਕਾਰਾਂ ਨੂੰ ਜ਼ਿੰਮੇਵਾਰ ਕਹਿੰਦੇ, ਸੈਂਟਰ ਪੰਜਾਬ ਸਰਕਾਰ ਦੋਨੇ ਕਹਿ ਲਈਏ, ਪੰਜਾਬੀ ਆਪ ਖੁਦ ਕਿੰਨੇ ਕੁ ਜ਼ਿੰਮੇਵਾਰ ਆ ਤੇ ਸਰਕਾਰਾਂ ਦੀ ਕਿੰਨੀ ਕੁ ਜ਼ਿੰਮੇਵਾਰੀ, ਇਹ ਸਾਰੀ ਨਿਸ਼ਾਨਦੇਹੀ ਆਪੇ ਕਰ ਲਈ। ਦੇਖੋ ਜੀ, ਪੋਲੀਟੀਕਲੀ ਜਿਹੜਾ ਪਾਵਰ ਬੇਸ ਆ ਉਹ ਦਿੱਲੀ ਹੈ। ਹਾਂਜੀ। ਪਾਰਲੀਮੈਂਟਰੀ ਡਿਸੀਜਨ ਡੋਮੀਨੇਟ ਕਰਦਾ ਸਭ ਕੁਝ ਜੀ, ਤੇ ਪਾਵਰ ਬੇਸ ਉਹ ਆ ਜੀ। ਤੇ ਫੈਡਰਲ ਢਾਂਚਾ ਜਿਸ ਹਿਸਾਬ ਨਾਲ ਡਿਵੈਲਪ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਜੀ, ਬਲਕਿ ਪਿਛਲੇ 5-7 ਸਾਲਾਂ ਦੇ ਵਿੱਚ ਮੋਦੀ ਸਾਹਿਬ ਕਹਿੰਦੇ ਸੀ ਕਿ ਕੋਆਪਰੇਟਿਵ ਫੈਡਰਲਿਜ਼ਮ ਲਿਆਉਣੀ ਆ, ਪਰ ਉਹ ਰਿਵਰਸਲ ਹੋ ਰਿਹਾ ਜੀ। ਜੇ ਤੁਸੀਂ ਜਿਹੜੇ ਟੈਕਸ ਦੇ ਕਾਨੂੰਨ ਬਣੇ ਆ, ਹਾਂਜੀ, ਡੀਮੋਨਟਾਈਜੇਸ਼ਨ ਹੋਈ ਆ, ਹਾਂਜੀ, ਤੇ ਬਾਅਦ ਦੇ ਵਿੱਚ ਸਿਟੀਜ਼ਨਸ਼ਿਪ ਕਾਨੂੰਨ ਬਣੇ ਆ, ਹੁਣ ਐਗਰੀਕਲਚਰ ਨਾਲ ਸੰਬੰਧ, ਇਹ ਸਾਰੇ ਸੈਂਟਰਲਾਈਜ਼ ਕਰ ਰਿਹਾ ਪਾਵਰ, ਸਾਰਾ ਕੁਝ ਦਿੱਲੀ ਦੇ ਹੱਥ। ਇਹਦਾ ਮਤਲਬ ਇਹ ਹੈਗਾ ਕਿ ਜਿਹੜੀਆਂ ਸਟੇਟਾਂ ਹੈਗੀਆਂ ਵਿੱਚ ਪੰਜਾਬ ਆਪਣੀ ਜਿਹੜੀ ਪਾਵਰ ਆ ਉਹ ਕੰਪਰੋਮਾਈਜ਼ ਹੋ ਰਹੀ ਹੈ। ਇਹਦਾ ਮਤਲਬ ਹੈਗਾ ਕਿ ਪੰਜਾਬ ਦੀ ਅਸੈਂਬਲੀ ਕੋਲ ਬਹੁਤ ਲਿਮਟਿਡ ਅਧਿਕਾਰ ਰਹਿ ਜਾਂਦੇ ਹੈਗੇ। ਇੱਕ ਤਾਂ ਇਹਦਾ ਕਾਰਨ ਇਹ ਹੈਗਾ, ਤੇ ਦੂਜਾ ਹੈਗਾ ਕਿ ਪੰਜਾਬ ਦੀ ਜਿਹੜੀ ਪੋਲੀਟੀਕਲ ਪਾਰਟੀਆਂ, ਮੈਂ ਸਮਝਦਾ ਵੀ ਇਸ ਗੱਲ ਦੇ ਵਿੱਚ ਰਿਲੀਫ ਹੋਇਆ ਵੀ ਸ਼੍ਰੋਮਣੀ ਅਕਾਲੀ ਦਲ BJP ਤੋਂ ਇੰਡੀਪੈਂਡੈਂਟ ਹੋ ਗਿਆ ਜੀ, ਕਿਉਂਕਿ ਪੰਜਾਬ ਕਾਂਗਰਸ ਕੋਈ ਉਹ ਨੀਤੀ ਡਿਵੈਲਪ ਕਰਕੇ ਲਾਗੂ ਨਹੀਂ ਕਰ ਸਕਦੀ ਜਿੰਨੇ ਚਿਰ ਲਾਹੌਰ ਦੀ ਪ੍ਰਵਾਨ ਕਰਦਾ, ਇਦਾਂ ਦਿੱਲੀ ਨਹੀਂ। ਬਿਲਕੁਲ ਹਾਈ ਕਮਾਂਡ ਵੀ ਮਾਂ ਪੁੱਤ ਹੈਗੇ ਆ, ਭੈਣ ਮਾਂ ਪੁੱਤ, ਬਸ ਉਹੀ ਪਰਿਵਾਰ ਇੱਕ, ਉਹ ਪਰਿਵਾਰ ਜਿਹੜਾ ਸਿੱਖ ਦੁਸ਼ਮਣੀ ਦਾ ਪ੍ਰਤੀਕ ਜਾਣਿਆ ਜਾਂਦਾ, ਇਤਿਹਾਸ ਆਪਣੇ ਸਾਹਮਣੇ ਹੈ, ਠੀਕ ਹੈ ਨਾ। ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ, ਤੇ ਹੁਣ ਮਤਲਬ ਆਪੋਜੀਸ਼ਨ ਹੈ, ਅਫੀਸ਼ੀਅਲ ਮੰਨਣਾ ਪਏਗਾ, ਉਹਨਾਂ ਦਾ ਵੀ ਉਹ ਕੋਈ ਪਾਲਿਸੀ ਡਿਵੈਲਪ ਨਹੀਂ ਕਰ ਸਕਦੇ। ਆਪਾਂ ਪਿਛਲੀਆਂ ਇਲੈਕਸ਼ਨ ਤੇ ਵੀ ਦੇਖ ਲਿਆ, ਬਾਅਦ ਦੇ ਵਿੱਚ ਵੀ ਜਿੰਨਾ ਚਿਰ ਕੇਜਰੀਵਾਲ ਸਾਹਿਬ ਤਾਂ ਉਹਨਾਂ ਦੀ ਜਿਹੜੀ ਸੈਂਟਰਲ ਕਮੇਟੀ ਆ ਉਹ ਅਪਰੂਵ ਨਹੀਂ ਕਰਦੀ। ਕਿਸਾਨੀ ਦੇ ਮੋਰਚੇ ਲੱਗਿਆ, ਕੇਜਰੀ ਸਾਹਿਬ ਨੇ ਕਿੱਥੇ ਆ ਕੇ ਧਰਨਾ ਦਿੱਤਾ ਜਾਂ ਕਿੱਥੇ ਮਤਲਬ ਆ ਕੇ ਪੰਜਾਬ ਦੇ ਸੰਘਰਸ਼ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਯੂਪੀ ਨਹੀਂ ਕਰੂਗਾ, ਕੁਝ ਵੀ ਨਹੀਂ, ਠੀਕ ਹੈ ਨਾ। ਅੱਛਾ, ਤੇ BJP ਦਾ ਆਪਾਂ ਦੇਖ ਹੀ ਲਿਆ ਹੈਗਾ ਕਿ ਪੰਜਾਬ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੇ ਬਿਨਾਂ ਕੁਐਸਚਨ, ਬਿਨਾਂ ਕੰਡੀਸ਼ਨ ਸਪੋਰਟ ਦਿੱਤੀ ਆ। ਇਹ ਬਾਦਲ ਸਾਹਿਬ ਨੇ ਪਹਿਲਾਂ ਤੋਂ ਕਿਹਾ ਸੀਗਾ, ਪਰ ਬਾਦਲ ਸਾਹਿਬ ਨੇ ਪ੍ਰਾਈਵੇਟਲੀ ਜਾਂ ਇਹਨਾਂ ਨੇ ਓਪਨਲੀ ਵੀ ਕਿਸੇ ਹੱਦ ਤੱਕ ਪੰਜਾਬੀ ਸੂਬੇ ਦੇ ਜਿਹੜੇ ਪੈਂਡਿੰਗ ਇਸ਼ੂ ਉਹਦੀ ਵੀ ਗੱਲ ਕੀਤੀ ਆ ਜੀ। ਜਿਹਦੇ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦਾ, ਚਲੋ ਭਾਜਪਾ ਤੋਂ ਯਾਦ ਹੋ ਗਿਆ, ਆਪਾਂ ਬਰੀਫ ਗੱਲ ਕਰੀਏ ਕਿ ਅਕਾਲੀ ਦਲ ਪੰਜਾਬ ਲਈ ਲੜ ਸਕਦਾ, ਮਤਲਬ ਆਊਟ ਆਫ ਗੁੱਡਵਿਲ, ਜਿਵੇਂ ਮਤਲਬ ਵੀ ਕੁਝ ਇਹਨਾਂ ਨੇ ਆਰੰਭ ਕੀਤੇ ਸੀਗੇ ਦਿੱਲੀ ਦੀ ਜੈਨੋਸਾਈਡਲ ਕਤਲੋਗਰ ਦੇ ਸੰਬੰਧ ਦੇ ਵਿੱਚ ਕੁਝ ਕੇਸ ਸਾਹਮਣੇ ਦੁਬਾਰਾ ਰਿਜੈਕਟ ਕੀਤਾ, ਚੰਗਾ ਆਪਾਂ ਮੰਨਦੇ ਹਾਂ ਵੀ ਪੋਜ਼ਿਟਿਵ ਹੈ। ਇਸੇ ਹਿਸਾਬ ਦੇ ਨਾਲ BJP ਇਹ ਵੀ ਕੰਮ ਕਰ ਸਕਦੀ ਸੀਗੀ ਵੀ ਆਊਟ ਆਫ ਗੁੱਡਵਿਲ ਸਾਡੀ ਭਾਈਵਾਲ ਪਾਰਟੀ ਹੈ ਵੀ ਇਹਨਾਂ ਦੇ ਜਿਹੜੇ ਇਸ਼ੂ ਹੈ ਪੈਂਡਿੰਗ, ਅਸੀਂ ਉਹਨਾਂ ਤੇ ਅਟੈਂਸ਼ਨ ਦਿੰਦੇ ਹਾਂ। ਪਰ ਹੁਣ ਮਤਲਬ ਜਿਹੜਾ ਅੰਤਮ ਕਹਿ ਲਓ ਵੀ ਨੇਲ ਕਫਨ ਦੇ ਵਿੱਚ ਹੈ ਵੀ ਜੇ ਮਤਲਬ ਵੀ ਤੁਸੀਂ ਕਿਸਾਨੀ ਨਾਲ ਸੰਬੰਧ ਵੀ ਉਹਨਾਂ ਦੀ ਗੱਲ ਨਹੀਂ ਮੰਨਣੀ ਤਾਂ ਫਿਰ ਅਲਾਇੰਸ ਦਾ ਕੀ ਫਾਇਦਾ। ਸੋ ਮੇਰੀ ਗੱਲ ਕਰਨ ਦਾ ਭਾਵ ਇਹ ਹੈਗਾ ਵੀ ਪੰਜਾਬ ਦੇ ਵਿੱਚ
ਅਗਰ ਪੰਜਾਬ ਨੂੰ ਕਿਸੇ ਨੇ ਗਾਂਹ ਲਿਜਾਣਾ, ਹਾਂਜੀ, ਸ਼੍ਰੋਮਣੀ ਅਕਾਲੀ ਦਲ ਮੂਵਮੈਂਟ ਪੰਜਾਬ ਪੱਖੀ ਪਾਰਟੀ ਹੋਣੀ ਚਾਹੀਦੀ, ਪੰਜਾਬ ਬੇਸ ਪਾਰਟੀ ਹੋਣੀ ਚਾਹੀਦੀ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਪਾਰਟੀ ਜਾਂ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਦੀ ਬਾਦਲ, ਹਾਂਜੀ। ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਮੂਵਮੈਂਟ ਹੈ, ਆਪਾਂ ਬੇਸ਼ੱਕ ਨੂੰ ਹੋਰ ਵਾਈਡਰ ਕਹਿ ਜਿਹਦੇ ਲਈਏ ਵਿੱਚ ਪੰਥਕ ਵੀ ਤੇ ਹਾਂਜੀ। ਪੰਜਾਬੀ ਵੀ, ਜਿਵੇਂ ਹੁਣ ਕਿਸਾਨੀ ਮੋਰਚੇ ਦੇ ਵਿੱਚ ਸਾਰੇ ਸ਼ਾਮਿਲ ਆ। ਹਾਂਜੀ, ਮੈਂ ਸਮਝਦਾ ਵੀ ਪੰਜਾਬ ਦਾ ਇਸ਼ੂ ਸਾਹਮਣੇ ਜੀ, ਲਿਆਓ, ਹਾਂਜੀ। ਜਿਹਦੇ ਵਿੱਚ ਆਰਥਿਕਤਾ ਦੇ ਮਸਲੇ, ਹਾਂ, ਜਿਹਦੇ ਵਿੱਚ ਸਮਾਂ- ਭਾਸ਼ਾ ਦੇ ਸਮਾਂ ਮਸਲੇ, ਆ ਗਿਆ। ਹਾਂ ਬਿਲਕੁਲ, ਹਾਂਜੀ। ਉਹ ਸਾਰੇ ਜਿਹੜੇ ਸਾਹਮਣੇ ਆ ਉਹਨਾਂ ਦੇ ਹੱਲ ਹੋਣ। ਹਾਂਜੀ, ਇਹ ਸਮਾਂ ਗੱਲ ਤਾਂ ਚੱਲਦੀ ਰਹਿਣੀ ਚਾਹੀਦੀ ਸੀ, ਪਰ ਸਮਾਂ ਜਾਇਜ਼ ਨਹੀਂ ਦਿੰਦਾ। ਆਪਾਂ ਜਿੱਥੇ ਗੱਲ ਛੱਡੀ ਇੱਥੋਂ ਅਗਲੇ ਐਪੀਸੋਡ 'ਚ ਕਰ ਲੈਣੀ ਆ। ਸੰਗਤ ਸਾਹਿਬ ਦੀ ਜਿਹੜੀ ਗੱਲ ਕਹਿਣ ਦਾ ਪੂਰੀ ਮੁਰਾਦ ਇਹ ਕਿ ਪੰਜਾਬ ਬੇਸਡ ਪਾਰਟੀ, ਉਹ ਪੰਜਾਬ ਬੇਸਡ ਪਾਰਟੀ ਜਿਹੜੀ ਪੰਜਾਬ ਜਿਉਂਦਾ ਗੁਰੂਆਂ ਦੇ ਨਾਂ ਤੇ ਪੰਥ ਨੂੰ ਨਾਲ ਲੈ ਕੇ ਤੁਰਦੀ ਹੋਵੇ, ਕਿ ਜੇ ਪੰਜਾਬ ਸਰੀਰ ਆ ਤੇ ਪੰਥ ਦੀ ਰੂਹ ਆ, ਸੋ ਪੰਥ ਦੀ ਰੂਹ ਨੂੰ ਨਾਲ ਰੱਖ ਕੇ ਜੇ ਪੰਜਾਬ ਪੱਖੀ ਪਾਰਟੀ ਕੋਈ ਤੁਰੂਗੀ, ਇਹ ਪੰਥ ਦੇ ਹਿੱਤਾਂ ਲਈ, ਪੰਜਾਬ ਦੇ ਹਿੱਤਾਂ ਲਈ, ਉਹੀ ਪੰਜਾਬ ਨੂੰ ਖੁਸ਼ਹਾਲ ਕਰਨ ਦੀ ਗੱਲ ਕਰ ਸਕਦੀ ਆ। ਇਹ ਜੁੜੇ ਰਹੋ ਸੰਗਤ ਟੈਲੀਵਿਜ਼ਨ ਨਾਲ। ਆਪਾਂ ਪੰਜਾਬ ਦੇ ਕਿਸਾਨ ਅੰਦੋਲਨ ਦੀ ਗੱਲ, ਪੰਜਾਬ ਦੇ ਮਸਲਿਆਂ ਦੀ ਗੱਲ, ਪੰਜਾਬ ਦੇ ਆਰਥਿਕ ਸੰਕਟ ਦੀ ਗੱਲ, ਪੰਜਾਬ ਖੁਸ਼ਹਾਲ ਕਿਵੇਂ ਹੋਵੇ, ਇਹਦੀ ਗੱਲ ਆਉਣ ਵਾਲੇ ਕੁਝ ਐਪੀਸੋਡਾਂ ਦੇ ਵਿੱਚ ਵੀ ਕਰਦੇ ਰਹਾਂਗੇ। ਆਓ ਇੱਕ ਵਾਰੀ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।